ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ ਤੇ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਜੇਕਰ ਮੌਕਾ ਮਿਲਦਾ ਹੈ ਤੇ ਆਓ ਉਹਦੀਆਂ ਗੱਲਾਂ ਨੂੰ ਬੜੀ ਗੌਰ ਨਾਲ, ਤਵੱਜਾ ਨਾਲ, ਧਿਆਨ ਨਾਲ ਸੁਣੀਏ। ਤੀਤਸ ਦਾ ਖਤ ਪਹਿਲਾ ਬਾਬ ਉਹਦੀ 9 ਐਤ ਨੂੰ ਪੜ੍ਹੀਏ ਤੇ ਲਿਖਿਆ ਹੈ, ਈਮਾਨ ਦੇ ਕਲਾਮ ਉੱਤੇ ਜਿਹੜਾ ਉਸ ਤਾਲੀਮ ਦੇ ਮੁਆਫਕ ਕੇ ਕਾਇਮ ਰਹਿ। ਈਮਾਨ ਦਾ ਕਲਾਮ ਹੈ। ਰੋਮੀਓ 10 ਬਾਬ 17 ਵਿੱਚ ਲਿਖਿਆ ਹੈ, ਈਮਾਨ ਸੁਣਨ ਦੇ ਨਾਲ ਪੈਦਾ ਹੁੰਦਾ ਹੈ ਤੇ ਸੁਣਨਾ ਮਸੀਹ ਦੇ ਕਲਾਮ ਦੇ ਵਿੱਚੋਂ। ਤੇ ਜਦੋਂ ਕੋਈ ਮਸੀਹ ਦੇ ਕਲਾਮ ਨੂੰ ਸੁਣਦਾ ਹੈ ਤੇ ਕੁਲਸੀਓਂ 3 ਬਾਬ 16 ਵਿੱਚ ਲਿਖਿਆ ਹੈ, ਮਸੀਹ ਦੇ ਕਲਾਮ ਨੂੰ ਦਿਲਾਂ 'ਚ ਵਸਣ ਦਿਓ। ਰੋਮੀਓ 10 ਬਾਬ 17 ਨੂੰ ਪੜ੍ਹੋ। ਈਮਾਨ ਸੁਣਨ ਨਾਲ ਪੈਦਾ ਹੁੰਦਾ ਹੈ। ਇਹ ਈਮਾਨ ਦਾ ਕਲਾਮ ਹੈ। ਉਸ ਤਲੀਮ ਉੱਤੇ ਮੁਆਫਕ ਕਾਇਮ ਹੋ ਤਾਂ ਕਿ ਸਹੀ ਤਲੀਮ ਦੇ ਨਾਲ ਨਸੀਹਤ ਵੀ ਕਰ ਸਕੇ। ਸਹੀ ਤਲੀਮ ਦੇ ਨਾਲ ਨਸੀਹਤ ਵੀ ਕਰ ਸਕੇ ਤੇ ਮੁਖਾਲਫਾਂ ਨੂੰ ਕਾਇਲ ਵੀ ਕਰ ਸਕੇ। ਸੋ ਸਹੀ ਤਾਲੀਮ ਤੇ ਤੀਤਸ 2 ਬਾਬ ਉਹਦੀ ਪਹਿਲੀ ਐਤ ਨੂੰ ਪੜ੍ਹੀਏ ਤੇ ਲਿਖਿਆ, ਤੂੰ ਉਹ ਗੱਲਾਂ ਬਿਆਨ ਕਰ ਜਿਹੜੀਆਂ ਸਹੀ ਤਾਲੀਮ ਦੇ ਮੁਨਾਸਬ ਹੈ। ਬਿਆਨ ਕਰੋ ਗੱਲਾਂ। ਸੋ ਕਲਾਮ ਨੂੰ ਬਿਆਨ ਕਰਨਾ ਉਸ ਦੇ ਪੁੱਤਰ ਨੇ ਮਤੀ 10 ਬਾਬ 27 ਐਤ ਦੇ ਵਿੱਚ ਆਖਿਆ ਕਿ ਜਿਸ ਬੰਦੇ ਨੂੰ ਜਿਸ ਗੱਲ ਦਾ ਹਨੇਰੇ 'ਚ ਪਤਾ ਲੱਗਦਾ ਉਹ ਉਜਾਲੇ 'ਚ ਕਰੇ, ਜਿਹਦੇ ਕੰਨ 'ਚ ਪੈਂਦੀ ਕੋਠੇ ਤੇ ਚੜੇ ਤੇ ਮਨਾਦੀ ਕਰੇ। ਤੇ ਯਰਮੀਆ 23 ਬਾਬ ਤੋਂ 28 ਐਤ 'ਚ ਲਿਖਿਆ, ਜਿਸ ਨਬੀ ਕੋ ख्वाब ਹੈ ਉਹ ख्वाब ਦੱਸੇ। ਜਿਹਦੇ ਕੋਲ ਮੇਰਾ ਕਲਾਮ ਹੈਗਾ ਹੈ, ਮੇਰੇ ਕਲਾਮ ਨੂੰ ਦਿਆਨਤਦਾਰੀ ਨਾਲ ਸੁਣਾ ਲਵੇ। ਸੋ ਇਹ ਕਲਾਮ ਉਸਨੇ ਸਾਨੂੰ ਸੁਣਾਉਣ ਲਈ ਦਿੱਤਾ ਹੈ। ਇਫਸੀਓ 6 ਬਾਬ ਉਹਦੀ 17 ਵਿੱਚ ਲਿਖਿਆ ਹੈ, ਨਜਾਤ ਦਾ ਖੁਦ ਤੇ ਰੂਹ ਦੀ ਤਲਵਾਰ ਜਿਹੜਾ ਖੁਦਾ ਦਾ ਕਲਾਮ ਹੈ ਲੈ ਲਿਓ। ਤੇ ਜੇਕਰ ਉਹਨੇ ਆਖਿਆ ਲੈ ਲਓ ਤੇ ਅਸੀਂ ਲੈ ਲਿਆ ਤੇ ਇਹ ਸੁਣਾਉਣ ਲਈ ਦਿੱਤਾ ਹੈ। ਇਸਤੀਸ਼ਨਾ 6 ਬਾਬ ਜਿਸ ਲਈ ਇਸਤੀਸ਼ਨਾ 6 ਬਾਬ ਉਹਦੀ 4 ਐਤ ਤੋਂ ਪੜ੍ਹੀਏ ਤੇ ਲਿਖਿਆ, ਸੋਨਾ ਇਸਰਾਇਲ ਤੇਰਾ ਰੱਬ ਇੱਕੋ ਹੀ ਹੋ। ਆਪਣੇ ਰੱਬ ਨੂੰ ਪੂਰੇ ਦਿਲੋਂ ਜਾਨ ਤਾਕਤ ਨਾਲ ਪਿਆਰ ਕਰੀ ਤੇ ਉਹ ਗੱਲਾਂ ਜਿਹੜੀਆਂ ਤੂੰ ਵੇਖ ਲਵੇ ਤੇਰੇ ਦਿਲ ਤੇ ਨਕਸ਼ ਹੋ ਜਾਣ। ਔਲਾਦ ਦੀ ਜ਼ੇਰ ਨਸ਼ੀਨ ਕਰਵਾਵੇਂ। ਘਰ ਬੈਠਿਆ, ਰਾਹ ਚੱਲਦਿਆਂ, ਲੇਟਦਿਆਂ, ਉੱਠਦੇ ਵੇਲੇ ਆਪਣੀ ਔਲਾਦ ਦੇ ਨਾਲ ਇਹਨਾਂ ਗੱਲਾਂ ਦਾ ਜ਼ਿਕਰ ਕਰੀ ਜਿਹੜੀਆਂ ਸਹੀ ਗੱਲਾਂ ਨੇ, ਕਿਉਂਕਿ ਇਹ ਗੱਲਾਂ ਵਾਪਸੀ ਦਾ ਟਿਕਟ ਹੈ। ਜਿਸ ਵੇਲੇ ਖੁਦਾ ਦੇ ਕਲਾਮ ਨੂੰ ਅਮਸਾਲ 22 ਬਾਬ 19 ਐਤ ਤੋਂ ਪੜ੍ਹਨਾ ਸ਼ੁਰੂ ਕਰਨੇ ਨਾ ਤੇ ਲਿਖਿਆ ਮਿਲਦਾ ਹੈ, ਤੇਰਾ ਤਵੱਕਲ ਖੁਦਾਵੰਦ ਦੇ ਉੱਤੇ ਹੋਵੇ। ਤੇ ਅੱਜ ਦੇ ਦਿਨ ਕਹਿੰਦਾ, ਗੱਲ ਮੈਂ ਤੈਨੂੰ ਜਤਾ ਕੇ ਦੱਸਣਾ। ਤੇ ਰੱਬ ਬੰਦੇ ਨੂੰ ਕਹਿੰਦਾ, ਮੈਂ ਤੇਰੇ ਲਈ ਇਲਮ ਦੀਆਂ ਗੱਲਾਂ, ਮਸ਼ਵਰਤ ਦੀਆਂ ਗੱਲਾਂ ਤੇ ਲਤੀਫ ਗੱਲਾਂ ਇਸ ਕਰਕੇ ਲਿਖੀਆਂ ਨੇ ਤਾਂ ਕਿ ਸੱਚਾਈ ਦੀ ਹਕੀਕਤ ਨੂੰ ਤੇਰੇ ਉੱਤੇ ਜ਼ਾਹਰ ਕਰਾਂ ਤੇ ਤੂੰ ਸੱਚੀਆਂ ਗੱਲਾਂ ਨੂੰ ਹਾਸਲ ਕਰੇ। ਸੋ ਇਹ ਤਾਂ ਹਾਸਲ ਕਰਨ ਵਾਲੀਆਂ ਗੱਲਾਂ ਨੇ। ਜੇ ਕਿਤੇ ਸੁਣਾਈਆਂ ਜਾਂਦੀਆਂ ਹੈ ਤੇ ਸਾਨੂੰ ਹਾਸਲ ਕਰਨੀਆਂ। ਤੇ ਫਿਰ ਆਪਣੇ ਭੇਜਣ ਵਾਲੇ ਦੇ ਕੋਲ ਵਾਪਸ ਜਾਵੇ। ਤੇ ਤੀਤਸ ਨੂੰ ਪੌਲੁਸ ਰਸੂਲ ਕਹਿੰਦਾ ਹੈ 2 ਬਾਬ ਦੀ 15 ਐਤ 'ਚ, ਤੀਤਸ 2 ਬਾਬ 15 ਐਤ 'ਚ, ਪੂਰੇ ਇਖਤਿਆਰ ਦੇ ਨਾਲ ਇਹ ਗੱਲਾਂ ਕਹਿ ਤੇ ਨਸੀਹਤ ਦੇ, ਮਲਾਮਤ ਕਰ, ਕੋਈ ਤੇਰੀ ਹਕਾਰਤ ਨਾ ਕਰਨਾ ਪਾਵੇ। ਪੂਰੇ ਇਖਤਿਆਰ ਦੇ ਨਾਲ ਗੱਲਾਂ ਕਰਨੀਆਂ। ਕਿਉਂਕਿ ਜਦੋਂ ਅਸੀਂ ਪੂਰੇ ਇਖਤਿਆਰ ਦੇ ਨਾਲ ਇਹ ਗੱਲਾਂ ਨਹੀਂ ਕਰਦੇ ਤੇ ਯਰਮੀਆ 48 ਬਾਬ ਤੇ 10 ਵਿੱਚ ਲਿਖਿਆ, ਜਿਹੜਾ ਖੁਦਾ ਦਾ ਕੰਮ ਬੇਪਰਵਾਹੀ ਨਾ ਕਰਦਾ ਹੈ ਤੇ ਆਪਣੀ ਤਲਵਾਰ ਨੂੰ, ਯਾਨੀ ਖੁਦਾ ਦੇ ਕਲਾਮ ਨੂੰ, ਜਿਹੜੀ 2 ਧਾਰੀ ਤੇਜ਼ ਤਲਵਾਰ ਹੈ, ਜਿਹੜੀ ਖੁਦਾ ਦੇ ਮੂੰਹ ਚੋਂ ਨਿਕਲਦੀ ਹੈ। ਮਖਾਸ਼ਵਤੀ ਕਿਤਾਬ ਇਸ ਗੱਲ ਨੂੰ ਬਿਆਨ ਕਰਦੀ ਹੈ
ਕਿ ਇਹ ਦੋ ਧਾਰੀ ਤਲਵਾਰ ਏ, ਦੋ ਧਾਰੀ, ਤੇ ਇਹ ਦਿੱਤੀ ਏ ਮੁਕਸ਼ਫਾ ਪਹਿਲਾ ਬਾਪ ਉਸ ਦੀ ਜਿਸ ਵੇਲੇ ਅਸੀਂ ਪੜ੍ਹਦੇ ਹਾਂ 16 ਐਤ ਨੂੰ, ਉਹਦੇ ਦਾਣੇ ਹੱਥ ਵਿੱਚ 7 ਸਿਤਾਰੇ ਤੇ ਉਹਦੇ ਮੂੰਹ ਦੇ ਵਿੱਚੋਂ ਇੱਕ ਦੋ ਧਾਰੀ ਤੇਜ਼ ਤਲਵਾਰ ਨਿਕਲਦੀ ਸੀ, ਤੇ ਉਹਦਾ ਚਿਹਰਾ ਐਸਾ ਚਮਕਦਾ ਸੀ ਜਿਸ ਤਰ੍ਹਾਂ ਤੇਜ਼ੀ ਦੇ ਵਕਤ ਆਫਤਾਬ ਸੂਰਜ। ਦੋ ਧਾਰੀ ਤਲਵਾਰ। ਇਸੇ ਕਰਕੇ ਲੂਕਾ ਦੀ ਅੰਜੀਲ ਪਹਿਲਾ ਬਾਪ ਉਹਦੀ ਜਿਸ ਵੇਲੇ ਅਸੀਂ ਪਹਿਲੀ ਹੀ ਐਤ ਨੂੰ ਪੜ੍ਹਦੇ ਹਾਂ ਤੇ ਲਿਖਿਆ ਮਿਲਦਾ ਹੁਣ ਬਹੁਤ ਸਾਰੇ ਲੋਕਾਂ ਨੇ ਕਮਰ ਨੂੰ ਬੰਨ੍ਹ ਲਿਆ ਕਿ ਜਿਸ ਤਰ੍ਹਾਂ ਤਰਤੀਬਵਾਰ ਕਲਾਮ ਹੈਗਾ ਏ ਉਸ ਨੂੰ ਬਿਆਨ ਕਰ ਲਈਏ ਤੇ ਕਰ ਲਈਏ, ਕਿਉਂਕਿ ਪਹਿਲਾ ਕਰੰਥੀਓ ਪਹਿਲਾ ਬਾਪ 16 ਚ ਲਿਖਿਆ ਹੈ, ਪਹਿਲਾ ਕਰੰਥੀਓ 9 ਬਾਪ 16 ਚ ਲਿਖਿਆ ਹੈ, ਅਗਰ ਕਲਾਮ ਨੂੰ ਬਿਆਨ ਕਰਨਾ ਹੈ ਤੇ ਫਖਰ ਨਾ ਕਰੀ, ਤੇ ਜੇ ਨਹੀਂ ਕਰਦਾ, ਨਹੀਂ ਸੁਣਾਉਂਦਾ ਖੁਸ਼ਖਬਰੀ ਨੂੰ, ਤੇ ਤੇਰੇ ਉੱਤੇ ਅਫਸੋਸ। ਕਲਾਮ ਕਿਉਂ ਅਫਸੋਸ ਕਰਦਾ ਹੈ? ਇਸ ਕਰਕੇ ਕਰੇਗਾ ਕਿਉਂਕਿ ਉਸਨੇ ਸਾਨੂੰ ਜ਼ਬਾਨ ਦਿੱਤੀ, ਤੇ ਖੁਦਾ ਦਾ ਬੰਦਾ ਦਾਊਦ ਕਹਿੰਦਾ ਹੈ, ਖੁਦਾ ਦੇ ਨਾਂ ਦੀ ਇਹ ਜ਼ਬਾਨ ਤਦ ਕਰੇਗੀ ਤਾਰੀਫ ਬਿਆਨ, ਸ਼ੁਕਰਾਨੇ ਮੈਂ ਮਨਾਵਾਂਗਾ ਤੇ ਬਜ਼ੁਰਗੀ ਉਸ ਦੀ ਗਾਵਾਂਗਾ। ਸੋ ਉਸ ਦੀ ਬਜ਼ੁਰਗੀ ਵਿੱਚ ਆਪਣੀ ਜ਼ਬਾਨ ਨੂੰ ਅੱਜ ਖੋਲ ਦਈਏ, ਦਲੇਰੀ ਕਰੀਏ, ਕਿਉਂਕਿ ਬੁਜ਼ਦਲਾਂ ਦਾ ਹਿੱਸਾ ਅੱਗ ਤੇ ਗੰਧਕ ਦੀ ਝੀਲ ਦੇ ਵਿੱਚ ਹੋਣਾ ਹੈ। ਕਲਾਮ ਤੇ ਅਸੀਂ ਚੁੱਕ ਲੈਂਦੇ ਹਾਂ, ਚੁੱਕ ਕੇ ਵੀ ਮਲਾਉਣ ਰਹਿੰਦੇ ਹਾਂ। ਕਿਉਂ ਮਲਾਉਣ ਰਹਿੰਦੇ ਹਾਂ? ਕਿਉਂਕਿ ਅਸੀਂ ਦਲੇਰੀ ਦੇ ਨਾਲ ਇਸ ਨੂੰ ਬਿਆਨ ਨਹੀਂ ਕਰਦੇ, ਤੇ ਜਿੱਦਾਂ ਬਿਆਨ ਕਰਨਾ ਉਸ ਤਰ੍ਹਾਂ ਨਹੀਂ ਕਰਦੇ, ਬਲਕਿ ਅਸੀਂ ਇਹਨੂੰ ਚੁੱਕ ਕੇ ਚੋਰ ਬਣਨੇ। ਯਰਮੀਆ 23 ਬਾਪ 30 ਐਤ ਚ ਲਿਖਿਆ ਹੈ ਕਿ ਮੈਂ ਤੇਰਾ ਮੁਖਾਲਫ ਹੈ, ਮੈਂ ਤੇਰਾ ਮੁਖਾਲਫ ਹੈ। 34 ਐਤ ਦੇ ਵਿੱਚ ਤੇ ਫਿਰ ਕਹਿੰਦਾ ਹੈ, ਮੈਂ ਤੇਰੇ ਘਰਾਣੇ ਨੂੰ ਵੀ ਸਜ਼ਾ ਦੇਣੀ ਹੈ ਚੋਰਾ, ਤੂੰ ਮੇਰੀਆਂ ਗੱਲਾਂ ਚਰਾਉਣਾ, ਆਪਣੀਆਂ ਦੱਸਣਾ ਹੈ। ਤੇ 36 ਐਤ ਚ ਲਿਖਿਆ ਹੈ, ਤੇਰੀਆਂ ਗੱਲਾਂ ਤੇਰੇ ਉੱਤੇ ਭਾਰ ਹੋਣੀਆਂ ਨੇ, ਚੁੱਕਿਆ ਤੂੰ ਕਲਾਮ ਨੂੰ ਤੇ ਦੱਸਣ ਡਿਆ ਆਪਣੀਆਂ, ਤੇਰੀਆਂ ਗੱਲਾਂ ਤੇਰੇ ਉੱਤੇ ਭਾਰ ਹੋਣੀਆਂ ਨੇ, ਕਿਉਂਕਿ ਤੂੰ ਰੱਬ ਦੇ ਕਲਾਮ ਨੂੰ ਵਿਗਾੜਿਆ। ਰੱਬ ਦਾ ਕਲਾਮ ਕੁਝ ਕਹਿਣ ਡਿਆ, ਤੂੰ ਕੁਝ ਕਹਿਣ ਡਿਆ। ਖੁਦਾਵੰਦ ਯਿਸੂ ਮਸੀਹ ਨਜਾਤ ਦੇਣ ਲਈ ਆਇਆ, ਤੇ ਉਹਨੇ ਆਖਿਆ ਮਰਕਸ 16 ਬਾਪ ਉਹਦੀ 16 ਚ ਕਿ ਜਿਹੜਾ ਈਮਾਨ ਲਿਆਵੇ ਉਹ ਬਪਤਿਸਮਾ ਨੇ ਉਹ ਨਜਾਤ ਪਾਵੇਗਾ, ਤੇ ਜਿਹੜਾ ਈਮਾਨ ਨਾ ਲਿਆਵੇ ਮੁਜਰਮ ਠਹਿਰਾਇਆ ਜਾਊ। ਤੇ ਉਹਨੇ ਆਖਿਆ ਈਮਾਨ ਲਿਆਉਣ ਵਾਲਿਆਂ ਦਰਮਿਆਨ ਮੋਜਜ਼ੇ ਹੋਣਗੇ, ਤੇ ਜਿਹੜੇ ਈਮਾਨ ਲਿਆ ਕੇ ਬਪਤਿਸਮਾ ਲੈਂਦੇ ਉਹਨਾਂ ਦੇ ਦਰਮਿਆਨ ਮੋਜਜ਼ੇ ਹੁੰਦੇ ਆ। ਅਸੀਂ ਉਹਦੇ ਉਲਟ ਕੰਮ ਚਲਾਤਾ, ਅਸੀਂ ਉਹਨਾਂ ਨੂੰ ਬਪਤਿਸਮਾ ਦਿੰਦੇ ਹਾਂ ਜਿਹੜੇ ਈਮਾਨ ਨਹੀਂ ਲਿਆਉਂਦੇ। ਅਸੀਂ ਉਲਟ ਐਸਾ ਕੰਮ ਕਰਦੇ ਹਾਂ ਕਿ ਅਸੀਂ ਅੱਗੇ ਦੂਸਰੇ ਲੋਕ ਨਜਾਤ ਪਾਈ ਆਉਂਦੇ ਨੇ, ਅਸੀਂ ਲੋਕਾਂ ਨੂੰ ਮੁਜਰਮ ਬਣਾਈ ਆਉਂਦੇ। ਤੇ ਫਿਰ ਅਸੀਂ ਚੋਰ ਨਾ ਹੋਏ ਤੇ ਹੋਰ ਕੀ ਹੋਏ ਬਈ? ਕਲਾਮ ਨੂੰ ਚੁਰਾਉਣਾ। ਲਿਖਿਆ ਤੂੰ ਸਹੀ ਗੱਲਾਂ ਬਿਆਨ ਕਰ ਜਿਹੜੀਆਂ ਕਲਾਮ ਦੇ ਮੁਤਾਬਕ ਨੇ। ਤੀਤਸ 2 ਬਾਪ। ਅਸੀਂ ਬਿਆਨ ਹੀ ਨਹੀਂ ਕਰਦੇ, ਬਲਕਿ ਚੁਰਾਉਣ ਵਾਲੇ ਬਣਨੇ। ਖੁਦਾ ਸਾਡੇ ਵਸੀਲੇ ਮੌਜਜ਼ੇ ਕਰਨਾ ਚਾਹੁੰਦਾ, ਆਪਣੀ ਕੁਦਰਤ ਦਿਖਾਉਣਾ ਚਾਹੁੰਦਾ ਹੈ। ਅਬਰਾਨੀਓ 2 ਬਾਪ ਦੀ 4 ਐਤ ਨੂੰ ਪੜ੍ਹ ਲਓ। लिखा साथ ही खुदा भी उनके साथ रह के मौजज़े करना चाहता। खुदा मौजज़े करना चाहता, खुदा अपनी कुदरत दिखाना चाहता तो नाल रह के। लेकिन अफसोस नजात की बजाय असी लोगों को मुजरम बनाउण डए हां ते असी वो पीर बने हैं जिन्हां दे बारे मत्ती 23 बाब 15 ऐत दे विच आख्या कि एक मरीद करन दी खातर भी साडे मरीद बन, कलाम दे पिछे ना जाण। एक मरीद करन दी खातर धरी ते खुशकी दा दौर करते हैं। इधर दियां गल्लां सुणाउंदे ने। धरी ते खुशकी दा दौर करते हैं ते जदों मरीद हो जाता है तो फिर अपने तो दुगना जहन्नम दा फरजंद बनाउंदे ने। ते आओ फिर
ਐਸੇ ਜਿਨ੍ਹਾਂ ਦੇ ਬਾਰੇ ਆਖਿਆ ਜਹੰਨਮ ਦਾ ਫਰਜ਼ੰਦ ਬਣਾਉਂਦੇ ਨੇ, ਐਸਿਆਂ ਦੇ ਪਿੱਛੇ ਕਿਉਂ ਜਾਈਏ? ਆਪਣੇ ਤੋਂ ਦੁੱਗਣਾ ਇਹ ਤਾਂ ਹੈਗੀ ਆ, ਤੇ ਜਿਹੜੇ ਫਿਰ ਪਿੱਛੇ ਜਾਣਗੇ ਆਪਣੇ ਤੋਂ ਦੁੱਗਣਾ ਜਹੰਨਮ ਦਾ ਫਰਜ਼ੰਦ ਬਣਾਉਂਦੇ ਨੇ। ਤੇ ਆਓ ਦੁਆ ਕਰੀਏ ਕਿ ਖੁਦਾਵੰਦ ਸਾਡਾ ਜ਼ਿਹਨ ਖੋਲੇ ਤਾਂ ਕਿ ਅਸੀਂ ਕਿਤਾਬ ਮੁਕੱਦਸ ਨੂੰ ਸਮਝੀਏ, ਕਿਉਂਕਿ ਬਾਈਬਲ 'ਚ ਲਿਖਿਆ ਮਿਲਦਾ ਹੈ ਲੂਕਾ 24:45 'ਚ, ਫਿਰ ਉਸਨੇ ਉਹਨਾਂ ਦਾ ਜ਼ਿਹਨ ਖੋਲਿਆ ਤਾਂ ਕਿ ਕਿਤਾਬ ਮੁਕੱਦਸ ਨੂੰ ਸਮਝਣ ਤੇ ਸਮਝੀਏ, ਚੰਗੇ ਰਹਿ ਜਾਣਗੇ, ਆਪ ਬਚ ਜਾਣਗੇ, ਨਸਲਾਂ ਨੂੰ ਬਚਾ ਜਾਣਗੇ। ਖੁਦਾਵੰਦ ਤੇਰਾ ਖਾਦਮ ਹੁੰਦਿਆਂ ਜਿਹੜਾ ਕਲਾਮ ਤੂੰ ਮੈਨੂੰ ਦਿੱਤਾ, ਉਸ ਕਲਾਮ ਨੂੰ ਮੈਂ ਪੂਰੀ ਦਿਆਨਦਾਰੀ ਨਾਲ ਬਿਆਨ ਕੀਤਾ ਹੈ। ਤੂੰ ਲੋਕਾਂ ਦੇ ਜ਼ਿਹਨਾਂ ਨੂੰ ਖੋਲ ਤਾਂ ਕਿ ਆਪ ਬਚਣ, ਆਪਣੇ ਬੱਚਿਆਂ ਨੂੰ ਬਚਾਉਣ, ਲੋਕਾਂ ਨੂੰ ਬਚਾਉਣ, ਰੋਸ਼ਨ ਚਿਰਾਗਾਂ ਦੀ ਤਰ੍ਹਾਂ ਲੋਕਾਂ 'ਚ ਨਜ਼ਰ ਆਉਣ ਤੇ ਤੇਰੇ ਲੋਕਾਂ ਦੇ ਵਸੀਲੇ ਨਜਾਤ ਦਾ ਕੰਮ ਪੂਰੀ ਦੁਨੀਆ 'ਚ ਹੋਏ। ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਤੇ ਆਓ ਫਿਰ ਕਲਾਮ ਨੂੰ ਸ਼ੇਅਰ ਕਰੀਏ, ਲਾਈਕ ਕਰੀਏ, ਬੈਲ ਦਾ ਬਟਨ ਦਬਾਈਏ ਤਾਂ ਕਿ बर वक्त खुदा ਦਾ ਕਲਾਮ ਸਾਨੂੰ ਹੁਸ਼ਿਆਰ ਕਰੇ, ਬੇਦਾਰ ਕਰੇ, ਅਸੀਂ ਆਪ ਬਚੀਏ, ਲੋਕਾਂ ਨੂੰ ਬਚਾਈਏ। ਖੁਦਾ ਤੈਨੂੰ ਬਰਕਤ ਦੇਵੇ। ਕਲਾਮ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਬੈਲ ਦਾ ਬਟਨ ਜ਼ਰੂਰ ਦਬਾਉਣਾ।